ਹੈਲੋ ਫਰੈਂਡਸ, ਸਵਾਗਤ ਹੈ ਜੀ ਤੁਹਾਡਾ ਅੱਜ ਦੀ ਆਪਣੀ ਨਿਊ ਵੀਡੀਓ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਜੀ ਮੌਰੀਆ ਕਾਲ। ਇਹ ਮੌਰੀਆ ਕਾਲ ਦਾ ਭਾਗ 1 ਹੈ ਜੀ। ਇਸ ਵਿੱਚ ਆਪਾਂ ਪੜ੍ਹਾਂਗੇ ਜੀ ਕਿ ਮੌਰੀਆ ਕਾਲ ਦੇ ਵਿੱਚ ਕਿਹੜੇ-ਕਿਹੜੇ ਸ਼ਾਸਕ ਹੋਏ, ਉਹਨਾਂ ਦੇ ਬਾਰੇ ਅੱਜ ਆਪਾਂ ਡਿਟੇਲ 'ਚ ਗੱਲ ਕਰਾਂਗੇ ਜੀ। ਮੌਰੀਆ ਸ਼ਾਸਨ ਕਾਲ ਦਾ ਸਮਾਂ ਸੀ ਜੀ 322 ਤੋਂ ਲੈ ਕੇ 185 ਈਸਾ ਪੂਰਵ ਦਾ। ਇਸ ਦੇ ਵਿੱਚ ਜੀ ਆਪਾਂ ਪੜ੍ਹਾਂਗੇ ਚੰਦਰਗੁਪਤ ਮੌਰੀਆ ਬਾਰੇ, ਬਿੰਦੂਸਾਰ ਬਾਰੇ ਅਤੇ ਅਸ਼ੋਕ ਬਾਰੇ। ਇਸ ਤੋਂ ਪਹਿਲਾਂ ਜੀ ਆਪਾਂ 2 ਵੀਡੀਓ ਮੌਰੀਆ ਕਾਲ ਦੇ ਰਿਲੇਟਡ ਅਪਲੋਡ ਕਰ ਚੁੱਕੇ ਹਾਂ ਜੀ, ਜਿਹਦੇ ਵਿੱਚ ਇੱਕ ਸੀ ਮਗਧ ਦਾ ਉਥਾਨ, ਜਿਸ ਵਿੱਚ ਆਪਾਂ ਪੜ੍ਹਿਆ ਸੀ ਜੀ ਕਿ ਮਗਧ ਮਹਾਜਨਪਦ 'ਚ ਮੌਰੀਆ ਸ਼ਾਸਨ ਤੋਂ ਪਹਿਲਾਂ ਕਿਹੜੇ-ਕਿਹੜੇ ਵੰਸ਼ ਹੋਏ ਆ। ਉਸ ਦੇ ਵਿੱਚ ਆਪਾਂ ਪੜ੍ਹਿਆ ਸੀ ਜੀ ਹਰੀਕ ਵੰਸ਼, ਸ਼ਿਸ਼ੂਨਾਗ ਵੰਸ਼, ਨੰਦ ਵੰਸ਼। ਉਸ ਤੋਂ ਬਾਅਦ ਜੀ ਇੱਕ ਹੋਰ ਵੀਡੀਓ ਆਪਾਂ ਅਪਲੋਡ ਕੀਤੀ ਜੀ ਚੈਨਲ 'ਤੇ, ਜਿਸ ਦਾ ਨਾਮ ਸੀ ਇਰਾਨੀ ਯੂਨਾਨੀ ਹਮਲਾ ਜੀ, ਪੂਰਵ ਮੌਰੀਆ ਕਾਲ ਦੇ ਵਿੱਚ ਹਮਲਾਵਰ। ਉਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਜੀ ਕਿ ਮੌਰੀਆ ਕਾਲ ਤੋਂ ਪਹਿਲਾਂ ਜਦੋਂ ਮਗਧ 'ਤੇ ਦੂਸਰੇ ਸ਼ਾਸਨ ਕਰ ਰਹੇ ਸੀ, ਹੋਰ ਸ਼ਾਸਕਾਂ ਦਾ ਸ਼ਾਸਨ ਸੀ, ਉਸ ਸਮੇਂ ਕਿਹੜੇ-ਕਿਹੜੇ ਵਿਦੇਸ਼ੀ ਹਮਲਾਵਰਾਂ ਦਾ ਭਾਰਤ 'ਤੇ ਹਮਲਾ ਹੋਇਆ, ਜਿਸ 'ਤੇ ਆਪਾਂ ਪੜ੍ਹਿਆ ਸੀ ਜੀ ਯੂਨਾਨੀਆਂ ਦੇ ਹਮਲੇ ਅਤੇ ਇਰਾਨੀਆਂ ਦੇ ਹਮਲੇ। ਉਹ ਵੀਡੀਓ ਵੀ ਜੀ ਆਪਣੇ ਚੈਨਲ 'ਤੇ ਅਪਲੋਡ ਆ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਜੀ ਤਾਂ ਉਹਨਾਂ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਜੀ। ਉਹ ਪਲੇਲਿਸਟ ਦਾ ਲਿੰਕ ਮਿਲ ਜਾਏਗਾ ਡਿਸਕ੍ਰਿਪਸ਼ਨ 'ਚ ਅਤੇ ਉੱਪਰ ਆਈ ਬਟਨ 'ਚ, ਤੁਸੀਂ ਉਹ ਵਾਲੀਆਂ ਦੇਖ ਲਓ ਅਤੇ ਉਸ ਤੋਂ ਬਾਅਦ ਦੇਖੋ ਜੀ ਮੌਰੀਆ ਕਾਲ। ਮੌਰੀਆ ਕਾਲ ਨੂੰ ਵਧੀਆ ਸਮਝਣ ਲਈ ਜੀ ਤੁਹਾਨੂੰ ਉਹ ਵੀਡੀਓਜ਼ ਦੇਖਣੀਆਂ ਜ਼ਰੂਰੀ ਹੈ, ਤਾਂ ਕਿ ਤੁਸੀਂ ਸਮਝ ਸਕੋ ਜੀ ਜਦੋਂ ਮੌਰੀਆ ਕਾਲ ਦਾ ਸ਼ਾਸਨ ਹੋਇਆ ਹੈ ਤਾਂ ਉਸ ਸਮੇਂ ਕੀ ਸਥਿਤੀ ਸੀ ਮਗਧ ਦੀ ਅਤੇ ਕਿਹੋ ਜਿਹੇ ਹਾਲਾਤ ਸੀਗੇ। ਹੁਣ ਆਪਾਂ ਪੜ੍ਹਦੇ ਹਾਂ ਜੀ ਅੱਜ ਦਾ ਆਪਣਾ ਟੌਪਿਕ ਮੌਰੀਆ ਕਾਲ ਭਾਗ 1। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੁੱਖ ਬਿੰਦੂਆਂ ਨੂੰ ਜਿਨ੍ਹਾਂ ਬਾਰੇ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜੀ ਮੌਰੀਆ ਕਾਲ ਦੇ ਸਾਹਿਤਕ ਸਰੋਤ, ਫਿਰ ਆਪਾਂ ਕਰਾਂਗੇ ਜੀ ਗੱਲ ਪੁਰਾਤੱਤਵ ਸਰੋਤਾਂ ਬਾਰੇ। ਕਿਸੇ ਵੀ ਇਤਿਹਾਸਿਕ ਸਮੇਂ ਨੂੰ ਜਾਂ ਰਾਜਵੰਸ਼ ਨੂੰ ਜਾਣਨ ਲਈ ਜੀ ਆਪਾਂ ਨੂੰ ਸਾਹਿਤਕ ਸਰੋਤਾਂ ਦੀ ਅਤੇ ਪੁਰਾਤੱਤਵ ਸਰੋਤਾਂ ਦੀ ਜ਼ਰੂਰਤ ਪੈਂਦੀ ਹੈ ਜੀ। ਪੁਰਾਤੱਤਵ ਸਰੋਤ ਉਹ ਹੁੰਦੇ ਆ ਜੀ ਜੋ ਖੁਦਾਈ ਦੌਰਾਨ ਮਿਲੇ ਹੁੰਦੇ ਆ, ਅਤੇ ਸਾਹਿਤਕ ਸਰੋਤ ਜੀ ਜੋ ਉਸ ਸਮੇਂ ਸਾਹਿਤ ਰਚਿਆ ਹੁੰਦਾ ਹੈ। ਇਹਨਾਂ ਦੋਵਾਂ ਤੋਂ ਹੀ ਸਾਨੂੰ ਜੀ ਉਸ ਰਾਜਵੰਸ਼ ਜਾਂ ਉਸ ਸਮੇਂ ਦੀ ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਸ ਦੇ ਆਧਾਰ 'ਤੇ ਜੀ ਇਤਿਹਾਸ ਆਪਾਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਚੰਦਰਗੁਪਤ ਮੌਰੀਆ ਬਾਰੇ, ਜਿਨ੍ਹਾਂ ਨੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਬਿੰਦੂਸਾਰ ਬਾਰੇ। ਤੀਸਰੇ ਨੰਬਰ 'ਤੇ ਜੋ ਰਾਜਾ ਹੋਏ ਆ ਜੀ ਉਹ ਸੀ ਸਮਰਾਟ ਅਸ਼ੋਕ। ਇਹਨਾਂ ਬਾਰੇ ਅੱਜ ਆਪਾਂ ਡਿਟੇਲ 'ਚ ਗੱਲ ਕਰਾਂਗੇ ਜੀ ਜੋ। ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਮੌਰੀਆ ਵੰਸ਼ ਦਾ ਅੰਤ, ਯਾਨੀ ਕਿ ਮੌਰੀਆ ਵੰਸ਼ ਦਾ ਲਾਸਟ ਸ਼ਾਸਕ ਕੌਣ ਸੀ ਅਤੇ ਕਿਸ ਤਰ੍ਹਾਂ ਇਸ ਰਾਜਵੰਸ਼ ਦਾ ਅੰਤ ਹੋਇਆ। ਇਸ ਵੀਡੀਓ ਵਿੱਚ ਜੀ ਆਪਾਂ ਕੇਵਲ ਰਾਜਿਆਂ ਦੇ ਬਾਰੇ ਜਾਣ ਪਛਾਣ ਕਰਾਂਗੇ। ਇਸ ਤੋਂ ਜੋ ਨੈਕਸਟ ਪਾਰਟ ਹੋਏਗਾ ਜੀ ਉਹਦੇ ਵਿੱਚ ਆਪਾਂ ਮੌਰੀਆ ਕਾਲ ਦੀ ਕਲਾ ਨੂੰ ਅਤੇ ਮੌਰੀਆ ਕਾਲ ਦੇ ਜੋ ਜੀ ਪ੍ਰਸ਼ਾਸਨ ਪ੍ਰਬੰਧ ਸੀ, ਰਾਜ ਪ੍ਰਬੰਧ ਸੀ, ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਆਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਸਾਹਿਤਕ ਸਰੋਤ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਸਾਹਿਤਕ ਸਰੋਤ। ਸਾਹਿਤਕ ਸਰੋਤਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਅਰਥ ਸ਼ਾਸਤਰ, ਜੋ ਚਾਣਕਿਆ ਜਾਂ ਕੌਟਲਿਆ ਦੀ ਰਚਨਾ ਸੀ ਜੀ। ਇਹ ਪੁਸਤਕ ਵਿੱਚ ਜੀ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਰਾਜੇ ਨੇ ਆਪਣਾ ਸ਼ਾਸਨ ਪ੍ਰਬੰਧ ਚਲਾਉਣਾ ਹੈ, ਕਿਸ ਤਰ੍ਹਾਂ ਉਸਨੇ ਰਾਜ ਕਰਨਾ ਹੈ। ਚਾਣਕਿਆ ਕੌਣ ਸੀ ਜੀ? ਜੇਕਰ ਤੁਸੀਂ ਮਗਧ ਦੇ ਉਥਾਨ ਦੀ ਵੀਡੀਓ ਦੇਖੀ ਤਾਂ ਤੁਹਾਨੂੰ ਪਤਾ ਹੋਏਗਾ, ਵਰਨਾ ਤੁਸੀਂ ਜਾਣ ਲਓ ਜੀ। ਜੋ ਚਾਣਕਿਆ ਸੀ ਇਹ ਮਗਧ ਦੇ ਵਿੱਚ ਜਦੋਂ ਜੀ ਨੰਦ ਵੰਸ਼ ਦਾ ਰਾਜ ਸੀ ਅਤੇ ਇਹ ਘਨਾਨੰਦ ਦੇ ਦਰਬਾਰ ਦੇ ਵਿੱਚ ਇੱਕ ਵਿਦਵਾਨ ਦੇ ਤੌਰ 'ਤੇ ਰਹਿੰਦੇ ਸੀ ਜੀ। ਜਦੋਂ ਜੀ ਸਿਕੰਦਰ ਦਾ ਹਮਲਾ ਹੋਇਆ ਤਾਂ ਜੋ ਚਾਣਕਿਆ ਸੀ ਉਹਨੇ ਘਨਾਨੰਦ ਨੂੰ ਅਗਾਹ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਦੱਸਿਆ ਕਿ ਜੀ ਵਿਦੇਸ਼ੀ ਹਮਲਾ ਹੋਇਆ ਹੈ। ਪਰ ਜੋ ਘਨਾਨੰਦ ਸੀ ਜੀ ਉਸਨੇ ਆਪਣੀ ਆਕੜ ਦੇ ਵਿੱਚ ਕੌਟਲਿਆ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਉਹਦੇ ਦਰਬਾਰ ਵਿੱਚੋਂ ਕੱਢ ਦਿੱਤਾ ਸੀ। ਅਤੇ ਬਾਅਦ ਵਿੱਚ ਜੀ ਇਹੀ ਕੌਟਲਿਆ ਜਾਂ ਚਾਣਕਿਆ ਸੀ ਜਿਸ ਨੇ ਇੱਕ ਬਾਲਕ ਨੂੰ ਚੰਦਰਗੁਪਤ ਮੌਰੀਆ ਬਣਾ ਦਿੱਤਾ ਜੀ। ਉਸ ਨੂੰ ਰਾਜ ਪ੍ਰਬੰਧ ਸਿਖਾਇਆ, ਉਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਵਿਜੇਤਾ ਬਣ ਸਕਦਾ ਹੈ। ਅਤੇ ਉਸ ਚੰਦਰਗੁਪਤ ਮੌਰੀਆ ਦੇ ਹੱਥੋਂ ਜੀ ਉਸਨੇ ਨੰਦ ਵੰਸ਼ ਦਾ ਖਾਤਮਾ ਕਰਾਇਆ, ਘਨਾਨੰਦ ਦੀ ਹੱਤਿਆ ਕਰਵਾ ਕੇ। ਅਤੇ ਬਾਅਦ ਵਿੱਚ ਜੀ ਉਸ ਚੰਦਰਗੁਪਤ ਮੌਰੀਆ ਨੇ ਮੌਰੀਆ ਵੰਸ਼ ਦੀ ਨੀਂਹ ਰੱਖੀ, ਅਤੇ ਜੋ ਕੌਟਲਿਆ ਸੀ ਜੀ ਉਹ ਉਸ ਤੋਂ ਬਾਅਦ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਇਹ ਯਾਦ ਰੱਖਣਾ ਜੀ ਕਿ ਅਰਥ ਸ਼ਾਸਤਰ ਪੁਸਤਕ ਕੀ ਹੈ ਅਤੇ ਕਿਸ ਦੇ ਦੁਆਰਾ ਰਚੀ ਗਈ ਹੈ। ਇਹ ਪ੍ਰਸ਼ਨ ਜੀ ਕਈ ਵਾਰ ਪੇਪਰ ਦੇ ਵਿੱਚ ਆਇਆ, ਇਹ ਇੰਪੋਰਟੈਂਟ ਪ੍ਰਸ਼ਨ ਆ ਜਾਂਦਾ ਹੈ। ਦੂਸਰਾ ਸੀ ਜੀ ਜੋ ਸਾਹਿਤਕ ਸਰੋਤ ਉਹ ਹੈ ਇੰਡਿਕਾ ਪੁਸਤਕ ਜੀ। ਇਸ ਦੀ ਰਚਨਾ ਕੀਤੀ ਗਈ ਸੀ ਜੀ ਮੈਗਾਸਥਨੀਜ਼ ਦੁਆਰਾ। ਇਹ ਮੈਗਾਸਥਨੀਜ਼ ਕੌਣ ਸੀ ਜੀ? ਇੱਕ ਯੂਨਾਨੀ ਰਾਜਦੂਤ ਸੀ ਜੋ ਚੰਦਰਗੁਪਤ ਮੌਰੀਆ ਦੇ ਸਮੇਂ ਉਸਦੇ ਦਰਬਾਰ ਵਿੱਚ ਆਇਆ ਸੀ ਅਤੇ ਉਸਦੇ ਦਰਬਾਰ ਵਿੱਚ ਰਿਹਾ ਸੀ ਜੀ। ਤੀਸਰੀ ਪੁਸਤਕ ਹੈ ਜੀ ਮੁਦਰਾ ਰਾਕਸ਼। ਇਹਦੀ ਰਚਨਾ ਕੀਤੀ ਗਈ ਹੈ ਜੀ ਵਿਸ਼ਾਖ ਦੱਤ ਦੁਆਰਾ। ਇਹ ਮੁਦਰਾ ਰਾਕਸ਼ਸ 'ਚ ਕੀ ਸੀ ਜੀ? ਇਸ ਦੇ ਵਿੱਚ ਦੱਸਿਆ ਗਿਆ ਸੀ ਕਿ ਜੀ ਚਾਣਕਿਆ ਨੇ ਕਿਸ ਤਰ੍ਹਾਂ ਆਪਣਾ ਬਦਲਾ ਘਨਾਨੰਦ ਤੋਂ ਲਿਆ। ਜੋ ਤੁਹਾਨੂੰ ਸਾਰੀ ਘਟਨਾ ਜੀ ਮੈਂ ਪਹਿਲਾਂ ਦੱਸ ਚੁੱਕਿਆ ਕਿ ਜੀ ਘਨਾਨੰਦ ਨੇ ਇਸ ਨੂੰ ਆਪਣੇ ਦਰਬਾਰ ਵਿੱਚੋਂ ਕੱਢਿਆ ਚਾਣਕਿਆ ਨੂੰ। ਫਿਰ ਚਾਣਕਿਆ ਨੇ ਚੰਦਰਗੁਪਤ ਮੌਰੀਆ ਦੀ ਸਹਾਇਤਾ ਨਾਲ ਉਸ ਦੀ ਹੱਤਿਆ ਕਰਵਾਈ।
ਉਹ ਸਾਰੀ ਜੋ ਘਟਨਾ ਹੈ ਜੀ ਉਹ ਆਪਾਂ ਨੂੰ ਮੁਦਰਾ ਰਾਕਸ਼ ਬੁੱਕ ਦੇ ਵਿੱਚੋਂ ਮਿਲਦੀ ਹੈ। ਇਸ ਤੋਂ ਬਾਅਦ ਜੀ ਜੋ ਸਾਹਿਤਕ ਸਰੋਤ ਆਪਾਂ ਨੂੰ ਪ੍ਰਾਪਤ ਹੁੰਦੇ ਆ ਜੀ ਉਹ ਹੈ ਪੁਰਾਣ, ਜੋ ਹਿੰਦੂ ਧਰਮ ਦੇ ਰਿਲੇਟਡ ਹੈ। ਇਸ ਤੋਂ ਬਾਅਦ ਜੀ ਜੋ ਬੁੱਧ ਅਤੇ ਜੈਨ ਗ੍ਰੰਥ ਆਪਾਂ ਨੂੰ ਪ੍ਰਾਪਤ ਹੁੰਦੇ ਆ, ਉਹਨਾਂ ਦੇ ਵਿੱਚੋਂ ਵੀ ਜੀ ਆਪਾਂ ਨੂੰ ਮੌਰੀਆ ਕਾਲ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਆਪਾਂ ਨੂੰ ਪਤਾ ਲੱਗਦਾ ਹੈ ਜੀ ਕਿ ਮੌਰੀਆ ਕਾਲ ਦਾ ਸਮਾਂ ਕੀ ਸੀ ਅਤੇ ਕੀ ਉਸ ਸਮੇਂ ਘਟਨਾਵਾਂ ਹੋਈਆਂ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਪੁਰਾਤੱਤਵ ਸਰੋਤਾਂ ਬਾਰੇ ਜਿਨ੍ਹਾਂ ਤੋਂ ਆਪਾਂ ਨੂੰ ਮੌਰੀਆ ਕਾਲ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਭ ਤੋਂ ਪਹਿਲਾਂ ਆ ਜਾਂਦਾ ਹੈ ਜੀ ਅਸ਼ੋਕ ਦੇ ਸਤੰਭ। ਇਹਨਾਂ ਦੀ ਗਿਣਤੀ ਸੀ ਜੀ 7। ਅਸ਼ੋਕ ਦੇ ਜੋ ਸਤੰਭ ਸੀ ਜੀ ਇਹਨਾਂ ਉੱਪਰ ਅਸ਼ੋਕ ਨੇ ਆਪਣੇ ਵਿਚਾਰ ਖੁਦਵਾਏ ਸੀ ਜੀ, ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਸਮੇਂ ਦੀ ਕੀ ਜੀ ਸਥਿਤੀ ਸੀ। ਉਸ ਤੋਂ ਬਾਅਦ ਜੀ ਜੋ ਦੂਸਰਾ ਆਪਾਂ ਨੂੰ ਪੁਰਾਤੱਤਵ ਸਰੋਤ ਪ੍ਰਾਪਤ ਹੁੰਦਾ ਹੈ ਉਹ ਹੈ ਜੀ ਭਵਨ, ਜਿਸ ਦਾ ਨਾਮ ਸੀ ਰਾਜ ਪ੍ਰਸਾਦ। ਇਹ ਆਪਾਂ ਨੂੰ ਪ੍ਰਾਪਤ ਹੋਇਆ ਸੀ ਜੀ ਪਾਟਲੀਪੁੱਤਰ 'ਚੋਂ। ਜੋ ਪਾਟਲੀਪੁੱਤਰ ਹੈ ਇਹ ਜੀ ਮਗਧ ਦੀ ਰਾਜਧਾਨੀ ਸੀ। ਉਸ ਤੋਂ ਬਾਅਦ ਜੀ ਜੋ ਹੋਰ ਆਪਾਂ ਨੂੰ ਪੁਰਾਤੱਤਵ ਸਰੋਤ ਪ੍ਰਾਪਤ ਹੋਇਆ ਉਹਨਾਂ ਦੇ ਵਿੱਚ ਆ ਜਾਂਦੇ ਆ ਜੀ ਸਤੂਪ, ਜੋ ਆਪਾਂ ਜਾਣਦੇ ਹਾਂ ਕਿ ਜੀ ਬੁੱਧ ਧਰਮ ਦੇ ਰਿਲੇਟਡ ਬਿਲਡਿੰਗ ਹੁੰਦੀ ਹੈ। ਫਿਰ ਆਪਾਂ ਨੂੰ ਜੀ ਕੁਝ ਗੁਫਾਵਾਂ ਪ੍ਰਾਪਤ ਹੋਈਆਂ ਅਤੇ ਲਾਸਟ ਜੋ ਆਪਾਂ ਨੂੰ ਪੁਰਾਤੱਤਵ ਸਰੋਤ ਪ੍ਰਾਪਤ ਹੋਇਆ ਜੀ ਉਹ ਸੀ ਜੂਨਾਗੜ੍ਹ ਅਭਿਲੇਖ। ਇਸ ਤੋਂ ਵੀ ਜੀ ਆਪਾਂ ਨੂੰ ਮੌਰੀਆ ਕਾਲ ਦੇ ਸਮੇਂ ਦੀ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੀ। ਸਾਹਿਤਕ ਅਤੇ ਪੁਰਾਤੱਤਵਿਕ ਸਰੋਤਾਂ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਮੌਰੀਆ ਕਾਲ ਦੇ ਵਿੱਚ ਕਿਹੜੇ ਸ਼ਾਸਕ ਹੋਏ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਚੰਦਰਗੁਪਤ ਮੌਰੀਆ ਬਾਰੇ, ਜਿਸ ਦਾ ਸਮਾਂ ਸੀ 322 ਤੋਂ 298 ਈਸਾ ਪੂਰਵ ਦਾ। ਜੋ ਚੰਦਰਗੁਪਤ ਮੌਰੀਆ ਸੀ ਜੀ ਇਹ ਮੌਰੀਆ ਵੰਸ਼ ਦੇ ਸੰਸਥਾਪਕ ਸੀ। ਇਹ ਤਾਂ ਸਭ ਤੋਂ ਜ਼ਰੂਰੀ ਗੱਲ ਜੀ ਯਾਦ ਰੱਖਣ ਵਾਲੀ ਹੈ। ਇਸ ਤੋਂ ਬਾਅਦ ਹੈ ਜੀ ਚੰਦਰਗੁਪਤ ਮੌਰੀਆ ਨੇ ਘਨਾਨੰਦ, ਜੋ ਕਿ ਨੰਦ ਵੰਸ਼ ਦਾ ਸੀ ਜੀ, ਉਸ ਨੂੰ ਮਾਰ ਕੇ ਮੌਰੀਆ ਵੰਸ਼ ਦੀ ਨੀਂਹ ਰੱਖੀ ਸੀ। ਜਿਵੇਂ ਕਿ ਆਪਾਂ ਲਾਸਟ ਵੀਡੀਓ ਵਿੱਚ ਪੜ੍ਹਿਆ ਸੀ ਜੀ ਕਿ ਪਹਿਲਾਂ ਘਨਾਨੰਦ ਦਾ ਸ਼ਾਸਨ ਸੀ ਜੀ ਮਗਧ ਦੇ ਵਿੱਚ, ਫਿਰ ਉਸ ਦੀ ਹੱਤਿਆ ਕਰਕੇ ਮੌਰੀਆ ਵੰਸ਼ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜੀ ਚੰਦਰਗੁਪਤ ਮੌਰੀਆ ਦੁਆਰਾ। ਜੋ ਚਾਣਕਿਆ ਜਾਂ ਕੌਟਲਿਆ ਸੀ ਜੀ ਇਹ ਚੰਦਰਗੁਪਤ ਦਾ ਗੁਰੂ ਸੀ ਅਤੇ ਜਦੋਂ ਮੌਰੀਆ ਵੰਸ਼ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਅਤੇ ਇਸ ਤੋਂ ਬਾਅਦ ਜੀ ਇਹ ਚੰਦਰਗੁਪਤ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਚੰਦਰਗੁਪਤ ਨੇ ਜੀ ਲਗਭਗ ਸਾਰੇ ਭਾਰਤ 'ਤੇ ਕਬਜ਼ਾ ਕਰ ਲਿਆ ਸੀ। ਜਿਵੇਂ ਤੁਸੀਂ ਆਹ ਡਾਇਗ੍ਰਾਮ 'ਚ ਦੇਖ ਰਹੇ ਹੋ ਜੀ, ਜੋ ਆਹ ਡਾਰਕ ਬਰਾਊਨ ਵਾਲਾ ਪਾਰਟ ਹੈ ਜੀ, ਇੰਨੇ ਸਾਰੇ ਪ੍ਰਦੇਸ਼ 'ਤੇ ਜੀ ਮੌਰੀਆ ਵੰਸ਼ ਦਾ ਸ਼ਾਸਨ ਹੋ ਗਿਆ ਸੀ ਅਤੇ ਕੇਵਲ ਆ ਦੱਖਣ ਦਾ ਕੁਝ ਭਾਗ ਜੀ ਅਤੇ ਆ ਪੂਰਬ ਦਾ ਬਿਲਕੁਲ ਜਮਾਂ ਲਾਸਟ ਵਾਲਾ ਜੋ ਇੰਡੀਆ ਦਾ ਕੁਛ ਹਿੱਸਾ ਸੀ ਉਹ ਸੀ ਜੀ ਜੋ ਮੌਰੀਆ ਵੰਸ਼ ਤੋਂ ਬਾਹਰ ਸੀ। ਬਾਕੀ ਸਾਰੇ 'ਤੇ ਜੀ ਮੌਰੀਆ ਵੰਸ਼ ਦਾ ਸ਼ਾਸਨ ਹੋ ਗਿਆ ਸੀ ਅਤੇ ਮੌਰੀਆ ਵੰਸ਼ ਤੋਂ ਪਹਿਲਾਂ ਜੀ ਕੋਈ ਵੀ ਇਹੋ ਜਿਹਾ ਵੰਸ਼ ਨਹੀਂ ਹੋਇਆ ਸੀ ਜਿਸ ਨੇ ਪੂਰੇ ਇੰਡੀਆ ਦੇ ਉੱਤੇ ਕਬਜ਼ਾ ਕੀਤਾ ਹੋਵੇ। ਚੰਦਰਗੁਪਤ ਮੌਰੀਆ ਨੇ ਜੀ ਪੂਰੇ ਭਾਰਤ ਨੂੰ ਇੱਕ ਰਾਸ਼ਟਰ ਦਾ ਰੂਪ ਦਿੱਤਾ ਅਤੇ ਕੇਂਦਰੀ ਸ਼ਾਸਨ ਪ੍ਰਬੰਧ ਸ਼ੁਰੂ ਕੀਤਾ ਜੀ, ਜਿਸ ਵਿੱਚ ਰਾਜਾ ਕੇਂਦਰੀ ਸ਼ਕਤੀ ਹੁੰਦਾ ਸੀ। ਚੰਦਰਗੁਪਤ ਮੌਰੀਆ ਨੇ ਜੀ ਸਾਰੇ ਜਿੰਨੇ ਵੀ ਮਹਾਜਨਪਦ ਸੀ ਉਹਨਾਂ ਨੂੰ ਕਬਜ਼ਾ ਕਰ ਲਿਆ ਜੀ ਉਹਨਾਂ 'ਤੇ, ਅਤੇ ਉਹਨਾਂ ਨੂੰ ਇੱਕ ਰਾਸ਼ਟਰ ਦਾ ਰੂਪ ਦਿੱਤਾ, ਉਹਨੂੰ ਇੱਕ ਸਾਮਰਾਜ ਦਾ ਰੂਪ ਦਿੱਤਾ। ਉਸਨੇ ਇਹ ਇਸ ਲਈ ਕੀਤਾ ਜੀ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਵਿਦੇਸ਼ੀ ਹਮਲਾਵਰਾਂ ਤੋਂ ਬਚਣਾ ਹੈ ਜੀ ਤਾਂ ਸਭ ਨੂੰ ਇਕੱਠਾ ਹੋ ਕੇ ਰਹਿਣਾ ਪਏਗਾ, ਨਹੀਂ ਤਾਂ ਜੇ ਵੱਖ-ਵੱਖ ਜੇ ਟੁਕੜਿਆਂ ਦੇ ਵਿੱਚ ਸਾਰਾ ਦੇਸ਼ ਰਹੇਗਾ ਤਾਂ ਕੋਈ ਵੀ ਵਿਦੇਸ਼ੀ ਹਮਲਾਵਰ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਆਸਾਨੀ ਨਾਲ ਹਰਾ ਸਕਦਾ ਹੈ। ਜਿਵੇਂ ਕਿ ਆਪਾਂ ਦੇਖਿਆ ਸੀ ਜੀ ਕਿ ਇਰਾਨੀਆਂ ਅਤੇ ਯੂਨਾਨੀਆਂ ਨੇ ਜੀ ਭਾਰਤ ਦੇ ਉੱਪਰ ਹਮਲਾ ਕਰਕੇ ਭਾਰਤ ਦੇ ਸ਼ਾਸਕਾਂ ਨੂੰ ਹਰਾਤਾ ਸੀ। ਚੰਦਰਗੁਪਤ ਮੌਰੀਆ ਤੋਂ ਪਹਿਲਾਂ ਜੀ ਕੋਈ ਵੀ ਅਜਿਹਾ ਸ਼ਾਸਕ ਭਾਰਤ ਦੇ ਵਿੱਚ ਪੈਦਾ ਨਹੀਂ ਹੋਇਆ ਸੀ ਜਿਸ ਨੇ ਇੰਨੇ ਵੱਡਾ ਜੀ ਸਾਮਰਾਜ ਬਣਾਇਆ ਹੋਵੇ ਅਤੇ ਐਡੇ ਵੱਡੇ ਏਰੀਏ ਨੂੰ ਆਪਦੇ ਕਬਜ਼ੇ ਦੇ ਵਿੱਚ ਲਿਆ ਹੋਵੇ। ਚੰਦਰਗੁਪਤ ਮੌਰੀਆ ਦੀ ਜੀ ਜਾਤੀ ਬਾਰੇ ਕੁਝ ਮਤਭੇਦ ਪਾਏ ਜਾਂਦੇ ਇਤਿਹਾਸਕਾਰਾਂ ਵਿੱਚ। ਹੁਣ ਆਪਾਂ ਇਹਨਾਂ ਬਾਰੇ ਜਾਣ ਲੈਂਦੇ ਹਾਂ ਜੀ। ਜੇਕਰ ਜੀ ਆਪਾਂ ਬੁੱਧ ਗ੍ਰੰਥ ਅਤੇ ਜੈਨ ਗ੍ਰੰਥਾਂ ਦੇ ਅਨੁਸਾਰ ਗੱਲ ਕਰੀਏ ਜੀ ਤਾਂ ਚੰਦਰਗੁਪਤ ਮੌਰੀਆ ਦੀ ਜਾਤੀ ਛਤਰੀ ਸੀ। ਪਰ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਪੁਰਾਣ ਅਤੇ ਮੁਦਰਾ ਰਾਕਸ਼ ਪੁਸਤਕ ਦੁਆਰਾ ਅਤੇ ਉਸ ਦੇ ਵਿੱਚ ਜੀ ਚੰਦਰਗੁਪਤ ਮੌਰੀਆ ਨੂੰ ਇੱਕ ਸ਼ੂਦਰ ਬਾਲਕ ਦਿਖਾਇਆ ਗਿਆ ਹੈ ਜੀ। ਜਾਤੀ ਤੋਂ ਬਾਅਦ ਗੱਲ ਕਰਦੇ ਹਾਂ ਜੀ ਕਿ ਚੰਦਰਗੁਪਤ ਮੌਰੀਆ ਦੇ ਵੱਖ-ਵੱਖ ਇਤਿਹਾਸਕਾਰਾਂ ਦੁਆਰਾ ਵੱਖ-ਵੱਖ ਨਾਮ ਵੀ ਲਿਖੇ ਗਏ ਆ। ਇਹਨਾਂ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਯੂਨਾਨੀ ਇਤਿਹਾਸਕਾਰਾਂ ਨੇ ਚੰਦਰਗੁਪਤ ਮੌਰੀਆ ਦੇ ਕੀ ਨਾਮ ਲਿਖੇ ਸੀ। ਉਹਨਾਂ ਨੇ ਜੀ ਚੰਦਰਗੁਪਤ ਮੌਰੀਆ ਨੂੰ ਆਪਣੇ ਇਤਿਹਾਸ ਦੇ ਵਿੱਚ ਐਂਡਰੋਕੋਟਸ ਅਤੇ ਸੈਂਡਰੋਕੋਟਸ ਦੇ ਨਾਮ ਨਾਲ ਲਿਖਿਆ ਹੈ ਜੀ। ਅਤੇ ਕਿਸ ਵਿਅਕਤੀ ਦੁਆਰਾ ਇਹ ਪਤਾ ਕੀਤਾ ਗਿਆ ਜੀ, ਜੋ ਯੂਨਾਨੀ ਇਤਿਹਾਸਕਾਰਾਂ ਨੇ ਸੈਂਡਰੋਕੋਟਸ ਅਤੇ ਐਂਡਰੋਕੋਟਸ ਦਿੱਤਾ ਨਾਮ, ਉਹ ਕਿ ਚੰਦਰਗੁਪਤ ਮੌਰੀਆ ਦਾ ਹੀ ਸੀ। ਅਤੇ ਇਹ ਪਤਾ ਕੀਤਾ ਸੀ ਜੀ ਸਰ ਵਿਲੀਅਮ ਜੇਮਜ਼ ਨੇ। ਉਹਨਾਂ ਨੇ ਖੋਜ ਕੀਤੀ ਕਿ ਇਹ ਦੋਨੋਂ ਨਾਮ ਸੈਂਡਰੋਕੋਟਸ ਅਤੇ ਐਂਡਰੋਕੋਟਸ ਚੰਦਰਗੁਪਤ ਮੌਰੀਆ ਦੇ ਹੀ ਹਨ। ਜਿਵੇਂ ਕਿ ਡਾਇਗ੍ਰਾਮ ਵਿੱਚ ਆਪਾਂ ਦੇਖ ਸਕਦੇ ਹਾਂ ਜੀ ਕਿ ਜੋ ਚੰਦਰਗੁਪਤ ਮੌਰੀਆ ਸੀ ਉਸ ਦਾ ਸਾਮਰਾਜ ਬਹੁਤ ਵਿਸ਼ਾਲ ਖੇਤਰ ਵਿੱਚ ਸੀ। ਐਡੇ ਵੱਡੇ ਵਿਸ਼ਾਲ ਖੇਤਰ ਵਿੱਚ ਜੀ ਆਪਣਾ ਸਾਮਰਾਜ ਸਥਾਪਿਤ ਕਰਨ ਲਈ ਚੰਦਰਗੁਪਤ ਮੌਰੀਆ ਨੂੰ ਕਈ ਯੁੱਧ ਕਰਨੇ ਪਏ। ਇਸ ਦੇ ਵਿੱਚ ਉਸਨੇ ਕੁਝ ਦੇਸੀ ਸ਼ਾਸਕਾਂ ਨਾਲ ਅਤੇ ਕੁਝ ਵਿਦੇਸ਼ੀ ਸ਼ਾਸਕਾਂ ਨਾਲ ਵੀ ਯੁੱਧ ਕੀਤੇ ਜੀ। ਜੋ ਸਭ ਤੋਂ ਮਹੱਤਵਪੂਰਨ ਅਤੇ ਜੀ ਪ੍ਰਸਿੱਧ ਯੁੱਧ ਹੋਇਆ ਉਹ ਹੋਇਆ ਜੀ ਸੈਲੂਕਸ ਨਿਕੇਟਰ ਨਾਲ 305 ਈਸਾ ਪੂਰਵ ਵਿੱਚ।
ਜੋ ਸੈਲੂਕਸ ਨਿਕੇਟਰ ਸੀ ਜੀ ਇਹ ਸਿਕੰਦਰ ਦਾ ਸੈਨਾਪਤੀ ਸੀ ਤੇ ਜਦੋਂ ਸਿਕੰਦਰ ਵਾਪਸ ਚਲਾ ਜਾਂਦਾ ਹੈ ਜੀ ਤਾਂ ਸੈਲੂਕਸ ਨਿਕੇਟਰ ਭਾਰਤ ਦੇ ਵਿੱਚ ਹੀ ਉੱਤਰ ਪੱਛਮੀ ਸੀਮਾ 'ਤੇ ਜੀ ਆਪਣਾ ਸ਼ਾਸਨ ਕਰਨ ਲੱਗ ਜਾਂਦਾ ਹੈ। ਇਹ ਉਹ ਸੈਲੂਕਸ ਨਿਕੇਟਰ ਆ ਜੀ, ਇਸ ਨੂੰ ਯਾਦ ਰੱਖਣਾ। ਜੋ ਸੈਲੂਕਸ ਨਿਕੇਟਰ ਅਤੇ ਚੰਦਰਗੁਪਤ ਮੌਰੀਆ ਦਾ ਯੁੱਧ ਹੋਇਆ ਜੀ, ਇਸ ਦੇ ਵਿੱਚ ਚੰਦਰਗੁਪਤ ਮੌਰੀਆ ਜੇਤੂ ਰਿਹਾ ਅਤੇ ਸੈਲੂਕਸ ਨਿਕੇਟਰ ਜੀ ਇਸ ਯੁੱਧ ਦੇ ਵਿੱਚ ਹਾਰ ਗਿਆ। ਹੁਣ ਆਪਾਂ ਵੇਖਦੇ ਹਾਂ ਜੀ ਕਿ ਯੁੱਧ ਦੇ ਬਾਅਦ ਜੋ ਸੰਧੀ ਹੋਈ ਆ ਉਸ ਦੇ ਕੀ ਸਿੱਟਾ ਨਿਕਲਿਆ ਜੀ। ਸਭ ਤੋਂ ਪਹਿਲਾਂ ਜੀ ਜੋ ਸੈਲੂਕਸ ਨਿਕੇਟਰ ਸੀ ਇਸ ਨੇ ਆਪਣੇ 4 ਪ੍ਰਦੇਸ਼ ਜੀ ਚੰਦਰਗੁਪਤ ਮੌਰੀਆ ਨੂੰ ਦੇ ਦਿੱਤੇ। ਸੈਲੂਕਸ ਨਿਕੇਟਰ ਦੇ ਦਰਬਾਰ ਵਿੱਚ ਜੀ ਇੱਕ ਮੈਗਾਸਥਨੀਜ਼ ਨਾਮ ਦਾ ਦਾਰਸ਼ਨਿਕ ਸੀ, ਉਸ ਨੂੰ ਜੀ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਭੇਜ ਦਿੱਤਾ ਗਿਆ। ਜੋ ਚੰਦਰਗੁਪਤ ਮੌਰੀਆ ਸੀ ਜੀ ਇਸ ਨੇ 500 ਹਾਥੀ ਸੈਲੂਕਸ ਨਿਕੇਟਰ ਨੂੰ ਦਿੱਤੇ। ਤੇ ਇੱਕ ਜੀ ਸਭ ਤੋਂ ਇੰਪੋਰਟੈਂਟ ਚੀਜ਼ ਜੋ ਯਾਦ ਰੱਖਣ ਵਾਲੀ ਹੈ ਉਹ ਸੀ ਜੀ ਸੈਲੂਕਸ ਨਿਕੇਟਰ ਦੀ ਜੋ ਪੁੱਤਰੀ ਸੀ ਹੈਲੇਨਾ, ਉਸ ਦਾ ਵਿਆਹ ਹੋਇਆ ਸੀ ਜੀ ਚੰਦਰਗੁਪਤ ਮੌਰੀਆ ਨਾਲ। ਹੁਣ ਆਪਾਂ ਵੇਖਦੇ ਹਾਂ ਜੀ ਕਿ ਚੰਦਰਗੁਪਤ ਮੌਰੀਆ ਦੀ ਮੌਤ ਕਦੋਂ ਹੋਈ ਹੈ। ਚੰਦਰਗੁਪਤ ਮੌਰੀਆ ਦੀ ਮੌਤ ਹੋਈ ਹੈ ਜੀ 298 ਈਸਾ ਪੂਰਵ ਵਿੱਚ। ਚੰਦਰਗੁਪਤ ਮੌਰੀਆ ਦੀ ਮੌਤ ਹੋਈ ਹੈ ਜੀ ਸ਼ਰਵਣ ਬੇਲਗੋਲਾ ਨਾਮ ਦੇ ਸਥਾਨ ਤੇ ਉਹਨਾਂ ਦੀ ਮੌਤ ਜੀ ਸੰਲੇਖਣ ਵਿਧੀ ਨਾਲ ਹੋਈ ਹੈ। ਹੁਣ ਇਹ ਕੀ ਹੈ ਜੀ ਇਹ ਵੀ ਜਾਣ ਲਓ। ਜੋ ਚੰਦਰਗੁਪਤ ਮੌਰੀਆ ਸੀ ਜੀ ਇਹ ਜੈਨ ਧਰਮ ਨੂੰ ਮੰਨਣ ਲੱਗ ਗਏ ਸੀ ਤੇ ਜੈਨ ਧਰਮ ਵਿੱਚ ਜੀ ਇੱਕ ਸੰਪਰਦਾਇ ਸੀ ਜਿਸ ਨੂੰ ਦਿਗੰਬਰ ਸੰਪਰਦਾਇ ਕਿਹਾ ਜਾਂਦਾ ਸੀ। ਉਸ ਦਾ ਜੀ ਇੱਕ ਪ੍ਰਧਾਨ ਸੀ ਬਦਰਬਾਹੂ। ਉਸ ਦੇ ਨਾਲ ਜੀ ਇਹ ਸ਼ਰਵਣ ਬੇਲਗੋਲਾ ਨਾਮ ਦੇ ਸਥਾਨ 'ਤੇ ਆ ਗਏ। ਉੱਥੇ ਇਹਨਾਂ ਨੇ ਜੀ ਇੱਕ ਜੈਨ ਧਰਮ ਦੇ ਅੰਦਰ ਇੱਕ ਵਿਧੀ ਹੁੰਦੀ ਹੈ ਜੀ, ਜਦੋਂ ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਮਾਰਨਾ ਹੋਵੇ ਜਾਂ ਵੀ ਮੌਤ ਸਵੀਕਾਰ ਕਰਨੀ ਹੋਵੇ ਤੇ ਜੀ ਉਹ ਖਾਣਾ ਪੀਣਾ ਛੱਡ ਦਿੰਦਾ ਹੈ ਜੀ, ਉਹ ਕੁਛ ਵੀ ਨਹੀਂ ਖਾਂਦਾ ਤੇ ਮੌਤ ਨੂੰ ਸਵੀਕਾਰ ਕਰ ਲੈਂਦਾ ਹੈ। ਉਸ ਵਿਧੀ ਨੂੰ ਕਿਹਾ ਜਾਂਦਾ ਹੈ ਸੰਲੇਖਣ ਵਿਧੀ। ਤੇ ਚੰਦਰਗੁਪਤ ਮੌਰੀਆ ਨੇ ਵੀ ਜੀ 298 ਈਸਾ ਪੂਰਵ 'ਚ ਇਸੇ ਵਿਧੀ ਦੁਆਰਾ ਆਪਣੀ ਜੋ ਜਾਨ ਸੀ ਜੀ ਉਹ ਦੇ ਦਿੱਤੀ ਸੀ, ਆਪਣੇ ਪ੍ਰਾਣ ਤਿਆਗ ਦਿੱਤੇ ਸੀ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਚਲਦੇ ਵੀਡੀਓ ਨੂੰ ਲਾਈਕ ਕਰ ਲਓ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਜੀ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ ਜੀ। ਚੰਦਰਗੁਪਤ ਮੌਰੀਆ ਦੀ ਮੌਤ ਤੋਂ ਬਾਅਦ ਜੀ ਜੋ ਬਿੰਦੂਸਾਰ ਸੀ ਇਹ ਮੌਰੀਆ ਵੰਸ਼ ਦਾ ਅਗਲਾ ਸ਼ਾਸਕ ਬਣਿਆ ਜੀ। ਬਿੰਦੂਸਾਰ ਕੌਣ ਸੀ ਜੀ? ਇਹ ਚੰਦਰਗੁਪਤ ਮੌਰੀਆ ਦਾ ਪੁੱਤਰ ਸੀ ਤੇ ਇਸ ਦਾ ਜੀ ਜੋ ਸ਼ਾਸਨ ਦਾ ਸਮਾਂ ਸੀ ਉਹ ਸੀ 298 ਤੋਂ 273 ਈਸਾ ਪੂਰਵ ਤੱਕ ਦਾ। ਚੰਦਰਗੁਪਤ ਮੌਰੀਆ ਵਾਂਗੂ ਜੀ ਬਿੰਦੂਸਾਰ ਦੇ ਵੀ ਕਈ ਨਾਮ ਲਿਖੇ ਜਾਂਦੇ ਆ ਜੀ। ਆਓ ਜਾਣ ਲੈਂਦੇ ਆ ਜੀ ਹੁਣ ਉਹ ਨਾਮ ਕਿਹੜੇ ਆ। ਜੇ ਜੈਨ ਗ੍ਰੰਥਾਂ ਵਿੱਚ ਦੇਖੀਏ ਜੀ ਤਾਂ ਉਸ ਦੇ ਵਿੱਚ ਜੋ ਬਿੰਦੂਸਾਰ ਹੈ ਜੀ ਇਸ ਨੂੰ ਸਿੰਘ ਸੈਨ ਦਾ ਨਾਮ ਦਿੱਤਾ ਗਿਆ ਹੈ। ਯਾਦ ਰੱਖਣਾ ਜੀ ਜੈਨ ਗ੍ਰੰਥਾਂ ਦੇ ਅਨੁਸਾਰ ਇਸ ਨੂੰ ਸਿੰਘ ਸੈਨ ਕਿਹਾ ਜਾਂਦਾ ਹੈ। ਤੇ ਬਿੰਦੂਸਾਰ ਦਾ ਜੀ ਇੱਕ ਹੋਰ ਵੀ ਨਾਮ ਬਹੁਤ ਪ੍ਰਚਲਿਤ ਆ ਜਿਸ ਨੂੰ ਕਿਹਾ ਜਾਂਦਾ ਹੈ ਜੀ ਅਮਿਤਰਘਾਤ, ਜਿਸ ਦਾ ਮਤਲਬ ਹੁੰਦਾ ਹੈ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ। ਜੋ ਬਿੰਦੂਸਾਰ ਸੀ ਜੀ ਇਸ ਦੇ ਸਮੇਂ ਤਕਸ਼ਿਲਾ ਪ੍ਰਦੇਸ਼ ਦੇ ਵਿੱਚ ਵਿਦਰੋਹ ਹੋਏ। ਇਹ ਵਿਦਰੋਹਾਂ ਨੂੰ ਖਤਮ ਕਰਨ ਲਈ ਜੀ ਉਸਨੇ ਆਪਣੇ ਪੁੱਤਰਾਂ ਨੂੰ ਭੇਜਿਆ। ਸਭ ਤੋਂ ਪਹਿਲਾਂ ਉਸਨੇ ਜੀ ਆਪਣੇ ਇੱਕ ਵੱਡੇ ਪੁੱਤਰ ਨੂੰ ਜਿਸ ਦਾ ਨਾਮ ਸੁਸ਼ੀਲ ਸੀ ਜੀ ਉਸ ਨੂੰ ਭੇਜਿਆ ਤਾਂ ਕਿ ਉਹ ਜਾ ਕੇ ਜੀ ਤਕਸ਼ਿਲਾ ਦੇ ਅੰਦਰ ਵਿਦਰੋਹ ਨੂੰ ਖਤਮ ਕਰ ਸਕੇ। ਪਰ ਜੀ ਸੁਸ਼ੀਲ ਸੀ ਜੋ ਉਹ ਵਧੇਰੇ ਸਫਲ ਨਹੀਂ ਹੋਇਆ। ਉਸ ਤੋਂ ਬਾਅਦ ਜੀ ਉਹਨਾਂ ਨੇ ਆਪਣੇ ਛੋਟੇ ਪੁੱਤਰ ਜੋ ਕਿ ਅਸ਼ੋਕ ਸੀ ਜੀ ਉਹਨਾਂ ਨੂੰ ਵਿਦਰੋਹ ਖਤਮ ਕਰਨ ਲਈ ਭੇਜਿਆ ਤੇ ਅਸ਼ੋਕ ਜੀ ਇਹ ਵਿਦਰੋਹ ਨੂੰ ਖਤਮ ਕਰਨ ਵਿੱਚ ਸਫਲ ਹੋਇਆ। ਇਸ ਸਮੇਂ ਤੋਂ ਹੀ ਜੀ ਕਿਆਸ ਲਾਏ ਜਾਣ ਲੱਗ ਗਏ ਸੀ ਕਿ ਅਗਲਾ ਜੋ ਸ਼ਾਸਕ ਹੋਊਗਾ ਜੀ ਉਹ ਅਸ਼ੋਕ ਹੋਊਗਾ, ਕਿਉਂਕਿ ਅਸ਼ੋਕ ਦੇ ਅੰਦਰ ਜੀ ਸ਼ਾਸਨ ਨੂੰ ਸੰਭਾਲਣ ਦੇ ਤੇ ਵਿਦਰੋਹ ਨੂੰ ਖਤਮ ਕਰਨ ਦੇ ਗੁਣ ਸੀਗੇ ਜੀ। ਉਸ ਤੋਂ ਬਾਅਦ ਜੀ ਜਿਵੇਂ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਆਪਾਂ ਪੜ੍ਹਿਆ ਹੈ ਜੀ ਕਿ ਇੱਕ ਰਾਜਦੂਤ ਆਇਆ ਜਿਸ ਦਾ ਨਾਮ ਸੀ ਮੈਗਾਸਥਨੀਜ਼। ਉਸ ਤਰ੍ਹਾਂ ਜੀ ਬਿੰਦੂਸਾਰ ਦੇ ਦਰਬਾਰ ਦੇ ਵਿੱਚ ਵੀ ਇੱਕ ਦਾਰਸ਼ਨਿਕ ਜਾਂ ਰਾਜਦੂਤ ਆਇਆ ਸੀ ਜੀ। ਇਹ ਕੌਣ ਸੀ ਜੀ ਤੇ ਕਿਸ ਦੁਆਰਾ ਭੇਜਿਆ ਗਿਆ ਹੁਣ ਆਪਾਂ ਇਹ ਦੇਖ ਲੈਂਦੇ ਹਾਂ। ਮਿਸਰ ਦਾ ਸ਼ਾਸਕ ਸੀ ਜੀ ਇੱਕ ਜਿਸ ਦਾ ਨਾਮ ਸੀ ਟੋਲਮੀ ਦੂਜਾ ਫਿਲਾਡੈਲਫਿਸ। ਇਸ ਨੂੰ ਕਈ ਵਾਰ ਜੀ ਟੋਲਮੀ ਦੂਜਾ ਜਾਂ ਕੱਲਾ ਫਿਲਾਡੈਲਫਿਸ ਦੱਸ ਦਿੱਤਾ ਜਾਂਦਾ ਹੈ ਜੀ, ਲਿਖ ਦਿੱਤਾ ਜਾਂਦਾ। ਇਸ ਦੇ ਦੁਆਰਾ ਜੀ ਇੱਕ ਦਾਰਸ਼ਨਿਕ ਭੇਜਿਆ ਗਿਆ ਸੀ। ਉਹ ਦਾਰਸ਼ਨਿਕ ਦਾ ਨਾਮ ਸੀ ਜੀ ਡਾਇਓਨਸਿਸ। ਇਹ ਨਾਮ ਜ਼ਰੂਰ ਯਾਦ ਰੱਖਣਾ ਜੀ, ਕਈ ਵਾਰ ਪੁੱਛ ਲਿਆ ਜਾਂਦਾ ਵੀ ਕੋਈ ਰਾਜਦੂਤ ਜਾਂ ਕਿਹੜਾ ਦਾਰਸ਼ਨਿਕ ਜੀ ਕਿਸ ਦੇ ਸਮੇਂ ਤੇ ਕਿਹਦੇ ਦਰਬਾਰ ਦੇ ਵਿੱਚ ਆਇਆ ਸੀ। ਜੋ ਬਿੰਦੂਸਾਰ ਦੀ ਮੌਤ ਹੋਈ ਹੈ ਜੀ ਉਹ ਹੋਈ ਹੈ 273 ਈਸਾ ਪੂਰਵ ਦੇ ਵਿੱਚ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਸਮਰਾਟ ਅਸ਼ੋਕ ਬਾਰੇ। ਸਮਰਾਟ ਅਸ਼ੋਕ ਕੌਣ ਸੀ? ਇਹ ਜੀ ਬਿੰਦੂਸਾਰ ਦੇ ਪੁੱਤਰ ਸੀ ਤੇ ਇਹਨਾਂ ਦਾ ਜੋ ਸ਼ਾਸਨ ਦਾ ਸਮਾਂ ਸੀ ਜੀ ਇਹ ਜਾਂ ਤਾਂ 273 ਈਸਾ ਪੂਰਵ ਤੋਂ ਜਾਂ 269 ਈਸਾ ਪੂਰਵ ਦੋਨਾਂ ਤੋਂ ਲਿਖਿਆ ਜਾ ਸਕਦਾ ਜੀ ਤੇ ਸੀ 232 ਈਸਾ ਪੂਰਵ ਤੱਕ ਦਾ। ਇਹ ਦੋ ਡੇਟਾਂ ਕਿਉਂ ਦਿੱਤੀਆਂ ਗਈਆਂ ਜੀ ਇਹਨਾਂ ਬਾਰੇ ਜਾਣ ਲੈਂਦੇ ਹਾਂ। ਜਿਵੇਂ ਕਿ ਆਪਾਂ ਲਾਸਟ ਸਲਾਈਡ ਵਿੱਚ ਪੜ੍ਹਿਆ ਜੋ ਬਿੰਦੂਸਾਰ ਸੀ ਜੀ ਉਹਨਾਂ ਦੀ ਮ੍ਰਿਤੂ ਹੋਈ ਸੀ 273 ਈਸਾ ਪੂਰਵ 'ਚ
ਤੇ ਇੱਥੇ ਮੰਨਿਆ ਜਾਂਦਾ ਹੈ ਜੀ ਕਿ 269 ਤੱਕ ਦਾ ਜੋ ਸਮਾਂ ਸੀ, 273 ਤੋਂ 269 ਤੱਕ ਦਾ 4 ਸਾਲ ਦਾ ਜੋ ਸਮਾਂ ਸੀ, ਇਸ ਦੇ ਵਿੱਚ ਜੀ ਜੋ ਬਿੰਦੂਸਾਰ ਦੇ ਪੁੱਤਰ ਸੀ ਉਹਨਾਂ ਦੇ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਆਂਤਰਿਕ ਯੁੱਧ ਹੋਇਆ। ਮੰਨਿਆ ਜਾਂਦਾ ਹੈ ਕਿ ਜੀ ਜੋ ਅਸ਼ੋਕ ਸੀ ਉਸਨੇ ਆਪਣੇ ਜੋ 99 ਹੋਰ ਭਰਾ ਸੀ ਉਹਨਾਂ ਦੀ ਹੱਤਿਆ ਕਰਵਾ ਦਿੱਤੀ ਅਤੇ ਫਿਰ ਰਾਜਗੱਦੀ ਪ੍ਰਾਪਤ ਕੀਤੀ। ਪਰ ਇਸ ਦੇ ਵਿੱਚ ਮਤਭੇਦ ਆ ਜੀ, ਕੁਝ ਗ੍ਰੰਥਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਅਤੇ ਕੁਝ ਦੇ ਅਨੁਸਾਰ ਇਸ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹੁਣ ਆਪਾਂ ਵੇਖਦੇ ਹਾਂ ਜੀ ਸਮਰਾਟ ਅਸ਼ੋਕ ਬਾਰੇ। ਰਾਜਾ ਬਣਨ ਤੋਂ ਪਹਿਲਾਂ ਜੀ ਸਮਰਾਟ ਅਸ਼ੋਕ ਸੀ ਜੋ ਉਹ ਅਵੰਤੀ ਦੇ ਰਾਜਪਾਲ ਸੀ। ਇੱਥੇ ਗਲਤੀ ਨਾਲ ਸ਼ਾਸਕ ਲਿਖਿਆ ਗਿਆ ਜੀ, ਇਹ ਮਿਸਟੇਕ ਸਹੀ ਕਰ ਲੈਣਾ। ਉਹ ਅਵੰਤੀ ਖੇਤਰ ਦੇ ਜੀ ਰਾਜਪਾਲ ਸੀ। ਅਤੇ ਜਦੋਂ ਅਸ਼ੋਕ ਦਾ ਸਮਾਂ ਜੀ ਜ਼ਿਆਦਾਤਰ 269 ਤੋਂ ਹੀ ਮੰਨਿਆ ਜਾਂਦਾ ਹੈ, ਪਰ ਤੁਸੀਂ ਦੋਨੋਂ ਡੇਟਾ ਯਾਦ ਰੱਖਿਓ। ਅਸ਼ੋਕ ਦਾ ਜੀ ਜੋ ਸਭ ਤੋਂ ਵੱਡਾ ਯੁੱਧ ਹੋਇਆ ਉਹ ਯੁੱਧ ਹੋਇਆ ਜੀ ਕਲਿੰਗ ਯੁੱਧ। ਅਤੇ ਜੋ ਕਲਿੰਗ ਆ ਜੀ ਇਹ ਵਰਤਮਾਨ ਦਾ ਉੜੀਸਾ ਦਾ ਖੇਤਰ ਹੈ। ਜੋ ਇਹ ਕਲਿੰਗ ਦਾ ਯੁੱਧ ਹੋਇਆ ਸੀ ਜੀ 261 ਈਸਾ ਪੂਰਵ ਵਿੱਚ ਹੋਇਆ। ਲਗਭਗ ਉਹਨਾਂ ਦੇ ਰਾਜ ਦੇ 8ਵੇਂ ਸਾਲ ਦੇ ਵਿੱਚ ਹੋਇਆ ਜੀ। ਜਦੋਂ ਉਹਨਾਂ ਨੂੰ ਰਾਜ ਕਰਦੇ ਹੋਏ 8 ਸਾਲ ਹੋ ਗਏ ਸੀ, ਉਸ ਸਮੇਂ ਜੇ ਕਲਿੰਗ ਦਾ ਯੁੱਧ ਹੋਇਆ ਗਾ। ਜੋ ਇਹ ਕਲਿੰਗ ਦਾ ਯੁੱਧ ਸੀ ਜੀ ਇਹ ਬਹੁਤ ਹੀ ਭਿਆਨਕ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਜੀ 1 ਲੱਖ ਤੋਂ ਵਧੇਰੇ ਵਿਅਕਤੀ ਮਾਰੇ ਗਏ ਜੀ, 15 ਲੱਖ ਤੋਂ ਵਧੇਰੇ ਜ਼ਖਮੀ ਹੋ ਗਏ ਜਾਂ ਬੰਦੀ ਬਣਾ ਲਏ ਗਏ। ਇਹੀ ਯੁੱਧ ਸੀ ਜੀ ਜਿਸ ਨੇ ਅਸ਼ੋਕ ਦੇ ਜੋ ਹਿਰਦੇ ਨੂੰ ਜੀ ਪਰਿਵਰਤਨ ਕਰਦਾ, ਉਸ ਦਾ ਮਨ ਬਦਲ ਦਿੱਤਾ। ਉਸ ਨੇ ਜੀ ਇਸ ਯੁੱਧ ਦੇ ਵਿੱਚ ਇੰਨੀ ਹਾਹਾਕਾਰ ਮਚਦੀ ਦੇਖ ਕੇ, ਇੰਨਾ ਖੂਨ ਖਰਾਬਾ ਹੁੰਦਾ ਵੇਖ ਕੇ ਸੋਚ ਲਿਆ ਕਿ ਜੀ ਉਹ ਅੱਜ ਤੋਂ ਬਾਅਦ ਕੋਈ ਵੀ ਯੁੱਧ ਨਹੀਂ ਲੜੇਗਾ ਅਤੇ ਉਹ ਅਹਿੰਸਾ ਦੀ ਨੀਤੀ 'ਤੇ ਚੱਲੇਗਾ। ਇਸ ਲਈ ਜੀ ਜੋ ਸਮਰਾਟ ਅਸ਼ੋਕ ਸੀ ਉਹਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ। ਇੱਥੇ ਜੀ ਇੱਕ ਗੱਲ ਯਾਦ ਰੱਖੋ, ਇਸ ਜੋ ਰਿਲੇਟਡ ਹੈ ਜੀ ਇਸ ਯੁੱਧ ਦੇ, ਇਸ ਯੁੱਧ ਦੇ ਬਾਅਦ ਜੀ ਜੋ ਇਹਨਾਂ ਨੇ ਆਪਣੀ ਰਾਜ ਪ੍ਰਬੰਧ ਦੀ ਜੋ ਆਪਣਾ ਸ਼ਾਸਨ ਕਰਨ ਦੀ ਨੀਤੀ ਸੀ ਉਸ ਦੇ ਵਿੱਚ ਬਦਲਾਵ ਲਿਆਂਦਾ। ਇਹ ਬਦਲਾਵ ਕੀ ਸੀ ਜੀ? ਉਹਨਾਂ ਨੇ ਭੇਰੀ ਘੋਸ਼ ਨੀਤੀ ਛੱਡ ਕੇ, ਭੇਰੀ ਘੋਸ਼ ਦਾ ਮਤਲਬ ਹੁੰਦਾ ਜੀ ਯੁੱਧ ਨੀਤੀ, ਯੁੱਧ ਦੇ ਦੁਆਰਾ ਰਾਜ ਕਰਨਾ। ਇਹਨਾਂ ਨੇ ਭੇਰੀ ਘੋਸ਼ ਛੱਡ ਕੇ ਉਸ ਦੀ ਜਗ੍ਹਾ 'ਤੇ ਧੰਮ ਘੋਸ਼ ਦੀ ਸ਼ੁਰੂਆਤ ਕਰਤੀ ਸੀ। ਧੰਮ ਘੋਸ਼ ਸੀ ਜੀ ਧਰਮ ਦੁਆਰਾ ਜਾਂ ਧਰਮ ਦੇ ਪ੍ਰਚਾਰ ਦੁਆਰਾ ਸ਼ਾਸਨ ਕਰਨਾ। ਉਹਨਾਂ ਨੇ ਭੇਰੀ ਘੋਸ਼ ਛੱਡ ਦਿੱਤਾ ਅਤੇ ਧੰਮ ਘੋਸ਼ ਦੀ ਸ਼ੁਰੂਆਤ ਕਰ ਦਿੱਤੀ। ਇਹ ਪ੍ਰਸ਼ਨ ਕਈ ਵਾਰ ਆਉਂਦਾ ਜੀ ਕਿ ਉਹਨਾਂ ਦੀ ਧਾਰਮਿਕ ਨੀਤੀ ਵਿੱਚ ਪਰਿਵਰਤਨ ਕਦੋਂ ਹੋਇਆ? ਅਤੇ ਇਹ ਹੋਇਆ ਜੀ ਕਲਿੰਗ ਯੁੱਧ ਤੋਂ ਬਾਅਦ, ਜੋ ਹੋਇਆ ਸੀ 261 ਈਸਾ ਪੂਰਵ ਦੇ ਵਿੱਚ। ਹੁਣ ਆਪਾਂ ਦੇਖਦੇ ਹਾਂ ਜੀ ਕਿ ਜਦੋਂ ਉਹਨਾਂ ਨੇ ਆਪਣਾ ਧੰਮ ਘੋਸ਼ ਦੀ ਸ਼ੁਰੂਆਤ ਕਰ ਲਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਕੀ ਕਾਰਜ ਕੀਤੇ ਆ। ਧੰਮ ਨੀਤੀ ਬਾਰੇ ਜਾਣਨ ਤੋਂ ਪਹਿਲਾਂ ਜੀ ਇੱਕ ਮਹੱਤਵਪੂਰਨ ਪ੍ਰਸ਼ਨ ਆ ਜੋ ਸਮਰਾਟ ਅਸ਼ੋਕ ਬਾਰੇ ਬਹੁਤ ਪੁੱਛਿਆ ਜਾਂਦਾ ਜੀ, ਇਹ ਕਿ ਜੀ ਜੋ ਸਮਰਾਟ ਅਸ਼ੋਕ ਸੀ ਇਹਨਾਂ ਦਾ ਨਾਮ ਇੱਕ ਪ੍ਰਿਯਦਰਸ਼ੀ ਨਾਮ ਵੀ ਲਿਆ ਜਾਂਦਾ ਹੈ। ਇਸ ਦੀ ਖੋਜ ਕਦੋਂ ਕੀਤੀ ਗਈ ਹੈ? ਅਤੇ ਇਹ ਖੋਜ ਕੀਤੀ ਗਈ ਹੈ ਜੀ 1915 ਦੇ ਵਿੱਚ। ਧੰਮ ਘੋਸ਼ ਦੀ ਸ਼ੁਰੂਆਤ ਕਰਨ 'ਤੇ ਜੀ ਉਹਨਾਂ ਨੇ ਸਭ ਪਾਸੇ ਧਰਮ ਦਾ ਪ੍ਰਚਾਰ ਕਰਨ ਲਈ ਬਹੁਤ ਜ਼ਿਆਦਾ ਜੀ ਯਤਨ ਕੀਤੇ। ਉਹਨਾਂ ਨੇ ਜੀ ਆਪ ਘੁੰਮ ਘੁੰਮ ਕੇ ਅਤੇ ਮਹਾਮਾਤਰਾਂ ਦੀ ਸਹਾਇਤਾ ਨਾਲ ਜੀ ਬੁੱਧ ਧਰਮ ਦਾ ਪ੍ਰਚਾਰ ਕੀਤਾ। ਮਹਾਮਾਤਰ ਕੌਣ ਹੁੰਦੇ ਸੀ ਜੀ? ਮਹਾਮਾਤਰ ਸੀ ਜੋ ਧਰਮ ਦਾ ਪ੍ਰਚਾਰ ਕਰਦੇ ਸੀ ਜਾਂ ਜਿਨ੍ਹਾਂ ਨੂੰ ਆਪਾਂ ਧਾਰਮਿਕ ਗੁਰੂ ਕਹਿ ਸਕਦੇ ਹਾਂ। ਸਮਰਾਟ ਅਸ਼ੋਕ ਨੇ ਜੀ ਆਪ ਸਮਰਾਟ ਹੁੰਦੇ ਹੋਏ ਵੀ ਖੁਦ ਘੁੰਮ ਘੁੰਮ ਕੇ ਲੋਕਾਂ ਨੂੰ ਜੀ ਇਹ ਜਾਣਕਾਰੀ ਇਸ ਲਈ ਦਿੱਤੀ ਤਾਂ ਕਿ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਹੋਵੇ ਵੀ ਜੀ ਜੇ ਇੱਕ ਸਮਰਾਟ ਹੋ ਕੇ ਵੀ ਇਸ ਧਰਮ ਨੀਤੀ 'ਤੇ ਚੱਲ ਸਕਦਾ ਅਤੇ ਸਾਨੂੰ ਆਮ ਲੋਕਾਂ ਨੂੰ ਵੀ ਇਹ ਧਰਮ ਨੂੰ ਅਪਣਾਉਣਾ ਚਾਹੀਦਾ। ਸਮਰਾਟ ਅਸ਼ੋਕ ਨੇ ਜੋ ਦੂਜਾ ਮਹੱਤਵਪੂਰਨ ਕੰਮ ਕੀਤਾ ਜੀ, ਉਹਨਾਂ ਨੇ ਮਾਸਾਹਾਰੀ ਭੋਜਨ ਨੂੰ ਬੰਦ ਕਰ ਦਿੱਤਾ ਸੀ। ਉਹਨਾਂ ਨੇ ਪ੍ਰਚਾਰ ਕੀਤਾ ਜੀ ਕਿ ਮਾਸਾਹਾਰੀ ਭੋਜਨ ਹੈ ਜੋ ਇਹ ਵਿਅਕਤੀ ਨੂੰ ਨਹੀਂ ਕਰਨਾ ਚਾਹੀਦਾ, ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਉਹਨਾਂ ਨੇ ਆਪਣੀ ਰਸੋਈ ਦੇ ਅੰਦਰ ਜਿੱਥੇ ਕਿ ਜੀ ਪਹਿਲਾਂ ਮਾਸਾਹਾਰੀ ਭੋਜਨ ਬਣਦਾ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਜੀ। ਸਮਰਾਟ ਅਸ਼ੋਕ ਨੇ ਜੀ ਲੋਕਾਂ ਲਈ ਹਸਪਤਾਲ, ਖੂਹ ਅਤੇ ਸਰਾਵਾਂ ਦਾ ਨਿਰਮਾਣ ਕਰਵਾਇਆ। ਸਮਰਾਟ ਅਸ਼ੋਕ ਤੋਂ ਪਹਿਲਾਂ ਜੀ ਕੋਈ ਵੀ ਅਜਿਹਾ ਸ਼ਾਸਕ ਨਹੀਂ ਸੀ ਜਿਨ੍ਹਾਂ ਨੇ ਜੀ ਲੋਕਾਂ ਲਈ ਖੂਹਾਂ ਦਾ, ਸਰਾਵਾਂ ਦਾ ਅਤੇ ਹਸਪਤਾਲਾਂ ਦਾ ਨਿਰਮਾਣ ਕਰਵਾਇਆ ਹੋਵੇ। ਸਮਰਾਟ ਅਸ਼ੋਕ ਨੇ ਜੀ ਜੋ ਜਾਨਵਰ ਹੁੰਦੇ ਆ ਜੀ ਉਹਨਾਂ ਲਈ ਵੀ ਹਸਪਤਾਲਾਂ ਦਾ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜੀ। ਇਸ ਲਈ ਜੀ ਇਹਨਾਂ ਨੂੰ ਇੱਕ ਇੰਨਾ ਮਹਾਨ ਸ਼ਾਸਕ ਗਿਣਿਆ ਜਾਂਦਾ ਹੈ ਜੀ, ਕਿਉਂਕਿ ਜੋ ਇਹਨਾਂ ਨੇ ਕੰਮ ਕੀਤੇ ਆ ਉਹ ਇਹਨਾਂ ਦੇ ਬਿਨਾਂ ਹੋਰ ਕੋਈ ਵੀ ਸ਼ਾਸਕ ਨਹੀਂ ਕਰ ਪਾਇਆ ਜੀ। ਜੋ ਅਸ਼ੋਕ ਸੀ ਜੀ ਇਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਮਹਿੰਦਰ, ਅਤੇ ਇਹਨਾਂ ਦੀ ਇੱਕ ਪੁੱਤਰੀ ਸੀ ਜੀ ਜਿਹਨਾਂ ਦਾ ਨਾਮ ਸੀ ਸੰਘਮਿੱਤਰਾ। ਇਹਨਾਂ ਨੇ ਜੀ ਉਹਨਾਂ ਦੋਨਾਂ ਦੀ ਸਹਾਇਤਾ ਨਾਲ ਵੀ ਧਰਮ ਦਾ ਪ੍ਰਚਾਰ ਕੀਤਾ। ਇਹਨਾਂ ਨੇ ਜੀ ਧਰਮ ਦਾ ਪ੍ਰਚਾਰ ਕਰਨ ਲਈ ਆਪਣੇ ਪੁੱਤਰ ਮਹਿੰਦਰ ਅਤੇ ਆਪਣੀ ਪੁੱਤਰੀ ਸੰਘਮਿੱਤਰਾ ਨੂੰ ਜੀ ਸ਼੍ਰੀਲੰਕਾ ਭੇਜਿਆ, ਜਿਸ ਕਰਕੇ ਜੀ ਉੱਥੋਂ ਤੋਂ ਜੋ ਸ਼੍ਰੀਲੰਕਾ ਦੇ ਸ਼ਾਸਕ ਸੀ ਜੀ, ਸ਼੍ਰੀਲੰਕਾ ਦਾ ਰਾਜਾ ਸੀ, ਉਸ ਨੇ ਵੀ ਜੀ ਬੁੱਧ ਧਰਮ ਨੂੰ ਅਪਣਾ ਲਿਆ ਸੀ। ਅਸ਼ੋਕ ਨੇ ਜੀ ਬਹੁਤ ਸਾਰੇ ਸਤੰਭ ਅਤੇ ਸ਼ਿਲਾ ਲੇਖਾਂ ਦੀ ਜੀ ਨਿਰਮਾਣ ਕਰਵਾਇਆ। ਉਸ ਵਿੱਚ ਉਹਨੇ ਆਪਣੀ ਜੀ ਧਰਮ ਨੀਤੀ 'ਤੇ ਵਿਚਾਰ ਲਿਖੇ, ਆਪਣੀ ਧਾਰਮਿਕ ਨੀਤੀ ਬਾਰੇ ਦੱਸਿਆ ਜੀ, ਲੋਕਾਂ ਨੂੰ ਦੱਸਿਆ ਕਿ ਉਹਨਾਂ ਨੂੰ ਧਰਮ ਦੇ ਰਸਤੇ 'ਤੇ ਚੱਲਣਾ ਚਾਹੀਦਾ, ਉਹਨਾਂ ਨੂੰ ਹਿੰਸਾ ਨਹੀਂ ਕਰਨੀ ਚਾਹੀਦੀ, ਅਤੇ ਹੋਰ ਵੀ ਜੋ ਨੈਤਿਕ ਸਿੱਖਿਆਵਾਂ ਸੀ ਜੀ ਉਹ ਇਹਨਾਂ ਸਤੰਭਾਂ 'ਤੇ ਅਤੇ ਉਹਨਾਂ ਅਭਿਲੇਖਾਂ 'ਤੇ ਜੀ ਖੁਦਵਾਈਆਂ ਗਈਆਂ।
ਜੋ ਅਸ਼ੋਕ ਸੀ ਜੀ ਇਹਨਾਂ ਦੀ ਮ੍ਰਿਤੂ ਹੋਈ ਆ 232 ਈਸਾ ਪੂਰਵ ਦੇ ਵਿੱਚ। ਇਹ ਸਮਰਾਟ ਅਸ਼ੋਕ ਜੀ ਇਸ ਜੋ ਮਗਧ ਸਾਮਰਾਜ ਸੀ ਇਹਨਾਂ ਦਾ ਮੌਰੀਆ ਸਾਮਰਾਜ ਸੀ, ਇਸ ਦੇ ਇੱਕ ਬਹੁਤ ਮਹਾਨ ਸ਼ਾਸਕ ਹੋਇਆ ਜੀ। ਇਹਨਾਂ ਤੋਂ ਬਾਅਦ ਜੀ ਜੋ ਇਹਨਾਂ ਦੇ ਉੱਤਰਾਧਿਕਾਰੀ ਹੋਇਆ ਉਹ ਇਹਨਾਂ ਜਿੰਨਾ ਕੋਈ ਵੀ ਸક્ષਮ ਨਹੀਂ ਸੀ, ਇਹਨਾਂ ਜਿੰਨਾ ਜੀ ਕੋਈ ਕਾਬਲ ਨਹੀਂ ਸੀ। ਉਸ ਤੋਂ ਬਾਰੇ ਜੀ ਜੋ ਇਹਨਾਂ ਦੇ ਵੰਸ਼ਜ ਹੋਇਆ ਉਹਨਾਂ ਬਾਰੇ ਜ਼ਿਆਦਾ ਆਪਾਂ ਨੂੰ ਜਾਣਕਾਰੀ ਨਹੀਂ ਪ੍ਰਾਪਤ ਹੁੰਦੀ। ਕੇਵਲ ਜੋ ਲਾਸਟ ਵੰਸ਼ਜ ਆ ਜੀ ਇਹਨਾਂ ਦੇ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਅਤੇ ਉਹਨਾਂ ਬਾਰੇ ਹੀ ਪ੍ਰਸ਼ਨ ਆਉਂਦੇ ਆ ਜੀ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮੌਰੀਆ ਵੰਸ਼ ਦੇ ਸਭ ਤੋਂ ਆਖਰੀ ਸ਼ਾਸਕ ਬਾਰੇ, ਜਿਸ ਦਾ ਨਾਮ ਸੀ ਵਿਰਹਿਦਰ। ਇਸ ਦੇ ਬਾਰੇ ਜੀ ਆਪਾਂ ਨੂੰ ਕੋਈ ਜ਼ਿਆਦਾ ਵਿਸਤ੍ਰਿਤ ਜਾਣਕਾਰੀ ਨਹੀਂ ਮਿਲਦੀ ਅਤੇ ਇਸ ਦੇ ਬਾਰੇ ਕੋਈ ਜ਼ਿਆਦਾ ਪ੍ਰਸ਼ਨ ਵੀ ਨਹੀਂ ਆਉਂਦੇ ਜੀ। ਜੋ ਇਸ ਦੇ ਬਾਰੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੀ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਸ ਦੀ ਹੱਤਿਆ ਕੀਤੀ ਗਈ ਸੀ ਜੀ ਇਸ ਦੇ ਸੈਨਾਪਤੀ ਦੁਆਰਾ 185 ਈਸਾ ਪੂਰਵ 'ਚ, ਅਤੇ ਇਸ ਦੇ ਸੈਨਾਪਤੀ ਦਾ ਨਾਮ ਕੀ ਸੀ? ਉਸ ਦਾ ਨਾਮ ਸੀ ਪੁਸ਼ਯਮਿੱਤਰ ਸੁੰਗ। ਇਹੀ ਜੀ ਵਿਰਹਿਦਰ ਦੀ ਹੱਤਿਆ ਕਰ ਦਿੰਦਾ ਜੀ, ਮੌਰੀਆ ਵੰਸ਼ ਦਾ ਖਾਤਮਾ ਕਰ ਦਿੰਦਾ ਇਸ ਦੇ ਨਾਲ ਹੀ, ਅਤੇ ਇਸ ਤੋਂ ਬਾਅਦ ਜੀ ਇਹ ਸ਼ੁੰਗ ਵੰਸ਼ ਦੀ ਸ਼ੁਰੂਆਤ ਕਰ ਦਿੰਦਾ ਮਗਧ ਦੇ ਅੰਦਰ। ਇਹ ਆਪਾਂ ਪੜ੍ਹਾਂਗੇ ਜੀ ਨੈਕਸਟ ਵੀਡੀਓਜ਼ ਦੇ ਵਿੱਚ ਕਿ ਮੌਰੀਆ ਸ਼ਾਸਨ ਦੇ ਖਾਤਮੇ ਤੋਂ ਬਾਅਦ ਜੀ ਕਿਹੜੇ ਕਿਹੜੇ ਸਾਮਰਾਜ ਇੱਥੇ ਸਥਾਪਿਤ ਹੁੰਦੇ ਆ ਜੀ, ਕਿਹੜੇ ਕਿਹੜੇ ਵੰਸ਼ ਆਉਂਦੇ ਆ। ਤਾਂ ਉਸ ਦੇ ਵਿੱਚ ਆਪਾਂ ਜੀ ਜੋ ਇਹ ਸ਼ੁੰਗ ਵੰਸ਼ ਅਤੇ ਪੁਸ਼ਯਮਿੱਤਰ ਸੁੰਗ ਆ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੀ। ਆਪਾਂ ਇਸ ਮੌਰੀਆ ਵੰਸ਼ ਦੇ ਜੀ ਨੈਕਸਟ ਪਾਰਟ ਦੇ ਵਿੱਚ ਹੁਣ ਪੜ੍ਹਾਂਗੇ ਮੌਰੀਆ ਦੇ ਪ੍ਰਸ਼ਾਸਨ ਬਾਰੇ ਅਤੇ ਉਸ ਦੇ ਜੀ ਕਲਾਕ੍ਰਿਤੀਆਂ ਬਾਰੇ, ਉਸ ਦੇ ਜੋ ਸਤੰਭ 'ਤੇ ਆਪਾਂ ਨੂੰ ਅਭਿਲੇਖ ਮਿਲਿਆ ਜੀ ਉਹਨਾਂ ਬਾਰੇ ਆਪਾਂ ਡਿਟੇਲ 'ਚ ਪੜ੍ਹਾਂਗੇ। ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਸ਼ੇਅਰ ਕਰਨਾ ਜੀ, ਕਮੈਂਟ ਕਰਨਾ ਅਤੇ ਲਾਈਕ ਕਰਨਾ ਨਾ ਭੁੱਲਣਾ ਜੀ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤੇ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਬਾਰੇ ਆਪਣੇ ਵਿਚਾਰ ਜੀ ਕਮੈਂਟਾਂ ਵਿੱਚ ਜ਼ਰੂਰ ਦੱਸੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।